ਆਪਾਂ ਤੁਹਾਡੀ ਜਨਰਲ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚੋਂ ਨੀਲੀ ਕਹਾਣੀ ਦਾ ਅਧਿਐਨ ਕੀਤਾ ਸੀ ਤੇ ਇਹ ਕਹਾਣੀ ਜਿਹੜੀ ਹੈ ਸਰਦਾਰ ਕਰਤਾਰ ਸਿੰਘ ਦੁੱਗਲ ਜੀ ਦੇ ਦੁਆਰਾ ਰਚਿਤ ਹੈ। ਇਸ ਕਹਾਣੀ ਦੇ ਵਿੱਚ ਆਪਾਂ ਅੱਜ ਤੁਹਾਨੂੰ ਮੈਂ ਚੌਥਾ ਲੈਕਚਰ ਦੇਣ ਜਾ ਰਿਹਾ ਹਾਂ। ਇਸ ਚੌਥੇ ਲੈਕਚਰ ਦੇ ਵਿੱਚ ਤੁਹਾਡੇ ਅਭਿਆਸ ਲਈ ਦਿੱਤੇ ਗਏ ਪ੍ਰਸ਼ਨ ਜਿਹੜੇ ਨੇ ਇਹਨਾਂ ਦਾ ਆਪਾਂ ਇਹਨਾਂ ਤੇ ਚਰਚਾ ਕਰਾਂਗੇ, ਇਹਨਾਂ ਦਾ ਅਧਿਐਨ ਕਰਾਂਗੇ ਤੇ ਇਹ ਤੁਹਾਡਾ ਜਿਹੜਾ ਲੈਕਚਰ ਹੈ ਕੋਵਿਡ-19 ਦੀ ਬਿਮਾਰੀ ਕਰਕੇ, ਮਹਾਮਾਰੀ ਕਰਕੇ ਸਕੂਲ ਬੰਦ ਹਨ ਅਤੇ ਇਸ ਕਰਕੇ ਤੁਹਾਨੂੰ ਆਨਲਾਈਨ ਸਟੱਡੀ ਕਰਵਾਈ ਜਾ ਰਹੀ ਹੈ ਤੇ ਇਹ ਜਿਹੜਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਯਾਨੀ ਕਿ GSSS ਬॉयਜ਼ ਗੁਰੂ ਹਰਸਹਾਏ ਜਿਹੜਾ ਹੈ ਇਹਨਾਂ ਸਕੂਲ ਦਾ YouTube ਚੈਨਲ ਸਥਾਪਿਤ ਕੀਤਾ ਹੋਇਆ ਹੈ ਤੇ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਸਾਰੇ ਲੈਕਚਰ ਜਿਹੜੇ ਨੇ ਇਸ ਦੇ ਉੱਤੇ ਉਪਲਬਧ ਹਨ। ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਤੇ ਆਪਣੇ ਯਾਰਾਂ ਦੋਸਤਾਂ ਨੂੰ ਜਿਹੜਾ ਹੈ ਵੱਧ ਤੋਂ ਵੱਧ ਉਹਨਾਂ ਨੂੰ ਸ਼ੇਅਰ ਕਰੋ ਤਾਂ ਜੋ ਬੱਚੇ ਆਨਲਾਈਨ ਸਟੱਡੀ ਦੇ ਉੱਤੇ, ਪੰਜਾਬ ਦੇ ਹੋਰ ਵੀ ਬੱਚੇ ਜਿਹੜੇ ਨੇ ਉਹ ਜਿਹੜਾ ਹੈ ਆਨਲਾਈਨ ਸਟੱਡੀ ਦੇ ਉੱਤੇ ਆਪਣੀ ਜਿਹੜਾ ਹੈ ਪੜ੍ਹਾਈ ਦਾ ਜਾਂ ਇਹਨਾਂ ਲੈਕਚਰਾਂ ਦਾ ਜਿਹੜਾ ਹੈ ਫਾਇਦਾ ਉਠਾ ਸਕੇ। ਬੇਟਾ ਆਪਾਂ ਕੱਲ ਗੱਲ ਕੀਤੀ ਸੀ ਵੀ ਨੀਲੀ ਜਿਹੜੀ ਹੈ ਉਸ ਦੀ ਵੱਛੀ ਮਰ ਗਈ ਸੀ, ਇਸ ਕਰਕੇ ਨੀਲੀ ਬਹੁਤ ਜ਼ਿਆਦਾ ਸਦਮੇ ਵਿੱਚ ਸੀ। ਉਸਨੇ 2-3 ਦਿਨ ਦੁੱਧ ਨਹੀਂ ਦਿੱਤਾ ਸੀ। ਗਵਾਲੇ ਨੇ ਜਿਹੜਾ ਹੈ ਉਹ ਆਪਣੇ ਉਸ ਨੂੰ ਜਿਹੜਾ ਹੱਥ ਫੇਰਿਆ, ਉਸ ਨੂੰ ਹਰ ਤਰ੍ਹਾਂ ਦਾ ਪਿਆਰ ਦਿੱਤਾ ਤਾਂ ਜੋ ਧਾਰਾਂ ਲਾ ਲਵੇ, ਪਰੰਤੂ ਉਸਨੇ ਧਾਰਾਂ ਨਹੀਂ ਲਾਈਆਂ ਤੇ ਵੱਛੀ ਜਿਹੜੀ ਸੀ ਉਸਨੇ ਪੂਰਾ ਦੁੱਧ ਨਹੀਂ ਛੱਡਿਆ ਸੀ। ਬੱਚੇ ਨੂੰ ਜਿੰਨੀ ਦੁੱਧ ਦੀ ਲੋੜ ਹੁੰਦੀ ਹੈ, ਇਸ ਕਰਕੇ ਭੁੱਖਮਰੀ ਦਾ ਸ਼ਿਕਾਰ ਹੋ ਕੇ ਨੀਲੀ ਦੀ ਵੱਛੀ ਜਿਹੜੀ ਸੀ ਮਰ ਗਈ ਸੀ ਤੇ ਨੀਲੀ ਜਿਹੜੀ ਹੈ ਉਹ ਆਪਣੇ ਭੁੱਖੀ ਸੀ। ਇਸ ਕਰਕੇ ਗਵਾਲੇ ਦੇ ਵੱਲੋਂ ਨੇ ਤਰਲੇ ਭਰੀ ਨਜ਼ਰ ਦੇ ਨਾਲ ਜਿਹੜਾ ਉਹ ਤੱਕ ਰਹੀ ਸੀ ਤੇ ਕਿੰਨਾ ਚਿਰ ਜਿਹੜਾ ਹੈ ਮਹਿੰਦੀ ਦੇ ਹੇਠ ਜਿਹੜਾ ਹੈ ਉਂਝ ਦੀ ਉਂਝ ਜਿਹੜੀ ਉਹ ਖੜੋਤੀ ਕੋਠੀ ਦੇ ਗੇਟ ਦੇ ਵੱਲ ਵੇਖਦੀ ਰਹੀ ਤੇ ਪਰੰਤੂ ਗਵਾਲਾ ਜਿਹੜਾ ਸੀ ਉਹ ਨਹੀਂ ਮੁੜਿਆ। ਅੰਜ ਬੇਟਾ ਆਪਾਂ ਤੁਹਾਡੇ ਜਿਹੜੇ ਨੇ ਪਾਠ ਦੇ ਇਸ ਕਹਾਣੀ ਦੇ ਆਧਾਰ ਤੇ ਜਿਹੜੇ ਨੇ ਉਹ ਪ੍ਰਸ਼ਨ ਕਰਨ ਜਾ ਰਹੇ ਹਾਂ। ਪਹਿਲਾ ਜਿਹੜਾ ਪ੍ਰਸ਼ਨ ਹੈ ਉਹ ਹੈ ਤੁਹਾਡਾ ਪਹਿਲੇ ਪ੍ਰਸ਼ਨ ਦਾ ਜਿਹੜਾ ਊੜਾ ਭਾਗ ਹੈ ਉਹ ਹੈ ਇਸ ਦੇ ਵਿੱਚ ਲੇਖਕ ਦੀ ਤ੍ਰੀਮਤ ਨੇ ਗਵਾਲੇ ਨਾਲ ਕਿਹੜੀਆਂ ਸ਼ਰਤਾਂ ਤੈਅ ਕੀਤੀਆਂ। ਹਾਂ ਬੇਟਾ, ਇਸ ਦੇ ਵਿੱਚ ਲੇਖਕ ਦੀ ਤ੍ਰੀਮਤ ਨੇ ਦੁੱਧ ਦਾ ਭਾਅ ਨਿਸ਼ਚਿਤ ਕਰਨ ਸਮੇਂ ਗਵਾਲੇ ਸਾਹਮਣੇ ਇਹ ਸ਼ਰਤ ਰੱਖੀ ਕਿ ਨੀਲੀ ਗਾਂ ਨੂੰ ਦਾਣਾ, ਖਲੀ, ਵੜੇਵੇਂ ਜਿਹੜੇ ਨੇ ਉਹ ਚਾਰੇ ਤੇ ਉਹਨਾਂ ਦੇ ਸਾਹਮਣੇ ਦੁੱਧ ਚੋ ਕੇ ਉਹ ਉਹਨਾਂ ਨੂੰ ਦੇਵੇਗਾ। ਇਹ ਉਹਨਾਂ ਦੀ ਸ਼ਰਤ ਸੀ। ਦੈਨ ਇਸ ਦਾ ਆੜਾ ਭਾਗ ਹੈ ਲੇਖਕ ਦੀ ਤ੍ਰੀਮਤ ਨੇ ਨੀਲੀ ਕਹਾਣੀ ਨੂੰ ਇਸ ਕਰਕੇ ਪਸੰਦ ਕੀਤਾ ਸੀ ਕਿਉਂਕਿ ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਨੀਲੀ ਦੁੱਧ ਬਹੁਤ ਜ਼ਿਆਦਾ ਦਿੰਦੀ ਸੀ। ਇਸ ਦਾ ਬੇਟਾ ਜਿਹੜਾ ਪਹਿਲਾ ਜਿਹੜਾ ਠੀਕ ਉੱਤਰ ਉਹ ਹੈ ਸੋਹਣੀ ਸਿਹਤਮੰਦ ਗਾਂ ਦਾ ਦੁੱਧ ਵਧੀਆ ਹੁੰਦਾ ਹੈ। ਈੜੀ ਭਾਗ ਜਿਹੜਾ ਇਸ ਦਾ ਹੈ ਨੀਲੀ ਦੀ ਵੱਛੀ ਦੀ ਸ਼ਕਲ ਨਿਰੀ ਪੂਰੀ ਨੀਲੀ ਵਰਗੀ ਸੀ। ਇਸ ਦੇ ਵਿੱਚ ਆਪਾਂ ਬੇਟਾ ਇਸ ਕਥਨ ਨੂੰ ਸਹੀ ਜਾਂ ਗਲਤ ਦੱਸਣਾ ਹੈ। ਇਹ ਕਥਨ ਜਿਹੜਾ ਹੈ ਸਹੀ ਹੈ ਵੀ ਨੀਲੀ ਦੀ ਵੱਛੀ ਦੀ ਸ਼ਕਲ ਜਿਹੜੀ ਨਿਰੀ ਪੂਰੀ ਨੀਲੀ ਵਰਗੀ ਸੀ। ਅੱਗੇ ਬੇਟਾ ਸੱਸਾ ਭਾਗ ਹੈ ਇਹਦਾ, ਨੀਲੀ ਦੀ ਵੱਛੀ ਮਰ ਗਈ ਸੀ ਕਿਉਂਕਿ ਜਿਹੜਾ ਹੈ ਗਵਾਲਾ ਉਸ ਨੂੰ ਚਾਰਾ ਨਹੀਂ ਖਵਾਉਂਦਾ ਸੀ। ਦੂਜਾ ਭਾਗ ਹੈ ਗਵਾਲਾ ਉਸ ਲਈ ਚੂਲੀ ਪਰ ਦੁੱਧ ਵੀ ਨਹੀਂ ਸੀ ਛੱਡਦਾ। ਇਸ ਦੇ ਵਿੱਚ ਬੇਟਾ ਜਿਹੜਾ ਦੂਜਾ ਮਤਲਬ ਜਿਹੜਾ ਭਾਗ ਇਹਦਾ ਹੈ, ਦੂਜੀ ਆਪਸ਼ਨ ਹੈ ਉਹ ਸਹੀ ਹੈ ਜਿਸ ਵਿੱਚ ਕਿਹਾ ਗਿਆ ਵੀ ਗਵਾਲਾ ਉਸ ਲਈ ਚੂਲੀ ਪਰ ਦੁੱਧ ਵੀ ਨਹੀਂ ਸੀ ਛੱਡਦਾ। ਦੈਨ ਬੇਟਾ ਅੱਗੇ ਜਿਹੜਾ ਪ੍ਰਸ਼ਨ ਹੈ ਉਹ ਹੈ ਗਵਾਲੇ ਦੇ ਮਸਾਲੇ ਦੀ ਟੋਕਰੀ ਚੁੱਕ ਕੇ ਲੈ ਜਾਣ ਤੋਂ ਬਾਅਦ ਨੀਲੀ ਦੇ ਮਨ ਦੀ ਹਾਲਤ ਲੇਖਕ ਨੇ ਕਿਸ ਤਰ੍ਹਾਂ ਬਿਆਨ ਕੀਤੀ ਹੈ, ਕਿਵੇਂ ਬਿਆਨ ਕੀਤੀ ਹੈ। ਗਵਾਲੇ ਨੇ ਨੀਲੀ ਤੋਂ ਜਦੋਂ ਮਸਾਲੇ ਦੀ ਟੋਕਰੀ ਖੋਹ ਲਈ ਤੇ ਸਿਰ ਦੇ ਉੱਤੇ ਰੱਖ ਕੇ ਤੇਜ਼ੀ ਨਾਲ ਵਾਪਸ ਤੁਰ ਪਿਆ ਤਾਂ ਉਹ ਕਿੰਨਾ ਚਿਰ ਖੜੀ ਅੜਿੰਗਦੀ ਰਹੀ ਭਾਵ ਕਿ ਇਹ ਤਰਲੇ ਭਰੀ ਆਵਾਜ਼ ਦੇ ਵਿੱਚ ਉਹ ਬੋਲਦੀ ਰਹੀ, ਜਿਵੇਂ ਗਵਾਲੇ ਨੂੰ ਕਹਿ ਰਹੀ ਹੋਵੇ ਕਿ ਉਹ ਸਮਝਦਾ ਕਿਉਂ ਨਹੀਂ, ਅਜੇ ਜਿਹੜਾ ਹੈ ਵੀ 2 ਦਿਨ
ਤਾਂ ਹੋਏ ਹਨ ਉਸ ਦੀ ਧੀ ਨੂੰ ਮਰਿਆ, ਯਾਨੀ ਕਿ ਵੱਛੀ ਨੂੰ ਮਰਿਆ 2 ਦਿਨ ਹੋਏ ਹਨ। ਉਹ ਅਜੇ ਉਸ ਨੂੰ ਭੁਲਾ ਨਹੀਂ ਸੀ ਸਕੀ, ਪਰ ਭੈੜੇ ਪੇਟ ਅੱਗੇ ਜਿਹੜਾ ਪੇਸ਼ ਨਹੀਂ ਜਾਂਦੀ। ਹਾਂ ਬੇਟਾ, ਕਿਸੇ ਦੇ ਗਮ ਦੇ ਵਿੱਚ ਅਸੀਂ ਜ਼ਿਆਦਾ ਲੰਬਾ ਸਮੇਂ ਤੱਕ, ਚਾਹੇ ਮਨੁੱਖ ਹੈ, ਪਸ਼ੂ ਹੈ, ਪੰਛੀ ਹੈ, ਉਹ ਜ਼ਿਆਦਾ ਲੰਬੇ ਸਮੇਂ ਤੱਕ ਭੁੱਖੇ ਨਹੀਂ ਰਹਿ ਸਕਦੇ। ਅੰਤ ਦੇ ਵਿੱਚ ਉਹਨਾਂ ਨੂੰ ਅੰਨ ਗ੍ਰਹਿਣ ਕਰਨਾ ਪੈਣਾ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਜਿਹੜਾ ਕੋਈ ਪਸ਼ੂ, ਪੰਛੀ, ਜਾਨਵਰ, ਵਿਅਕਤੀ ਮਰ ਜਾਂਦਾ ਹੈ, ਉਸ ਦੇ ਪਿੱਛੇ ਕੋਈ ਨਹੀਂ ਮਰ ਸਕਦਾ ਤੇ ਉਸ ਨੂੰ ਜਿਹੜਾ ਇਸ ਦੁਨੀਆ ਦੇ ਵਿੱਚ ਰਹਿ ਕੇ ਆਪਣੀਆਂ ਸਾਰੀਆਂ ਲੋੜਾਂ, ਉਸ ਦਾ ਜੀਵਨ ਜਿਹੜਾ ਹੈ ਕੁਝ ਸਮੇਂ ਬਾਅਦ ਉਵੇਂ ਹੀ ਨਾਰਮਲ ਰੂਪ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ। ਉਸ ਦੀ ਲਾਡਲੀ ਦੇ ਪੋਲੇ ਪੋਲੇ ਬੁੱਲ ਜਦੋਂ ਉਸ ਦੇ ਥਣਾਂ ਨੂੰ ਲੱਗਦੇ ਸਨ ਤਾਂ ਉਸ ਦਾ ਦੁੱਧ ਆਪਣੇ ਆਪ ਹੀ ਲੈ ਆਉਂਦਾ ਸੀ। ਕੀ ਉਹ ਜਾਣਦਾ ਨਹੀਂ ਕਿ ਮਾਂ ਤੇ ਬੱਚੇ ਦਾ ਕੀ ਰਿਸ਼ਤਾ ਹੁੰਦਾ ਹੈ? ਠੀਕ ਹੈ ਕਿ ਉਹ ਕੁਝ ਦਿਨਾਂ ਤੱਕ ਉਹ ਉਸ ਨੂੰ ਭੁੱਲ ਜਾਵੇਗੀ ਤੇ ਉਹ ਦੁੱਧ ਵੀ ਦੇਵੇਗੀ, ਪਰ ਉਸ ਨੂੰ 1-2 ਦਿਨ ਹੋਰ ਸਬਰ ਕਰਨਾ ਪਵੇਗਾ। ਉਸ ਨੂੰ 1-2 ਦਿਨ ਜਿਹੜਾ ਦੁੱਧ ਦੇ ਲਈ ਸਬਰ ਹੋਰ ਕਰਨਾ ਪਵੇਗਾ। ਹੁਣ ਉਸ ਨੇ ਦੁੱਧ ਕੀ ਕਰਨਾ ਹੈ ਜਦ ਦੁੱਧ ਪੀਣ ਵਾਲੀ ਹੀ ਚਲੀ ਗਈ ਹੈ, ਪਰ ਉਹ ਉਸ ਨੂੰ ਭੁੱਖੀ ਨਾ ਮਾਰੇ। ਇਹ ਬੇਟਾ ਨੀਲੀ ਦਾ ਜਿਹੜਾ ਹੈ ਗਵਾਲੇ ਦੇ ਅੱਗੇ ਤਰਲਾ ਹੈ, ਉਹ ਤਰਲੇ ਜਿਹੜਾ ਹੈ ਲੈ ਰਹੀ ਹੈ। ਅੱਗੇ ਬੇਟਾ ਅੱਗੇ ਹੈ, ਵੱਛੀ ਮਰਨ ਤੇ ਨੀਲੀ ਦੁੱਧ ਕਿਉਂ ਨਹੀਂ ਸੀ ਦੇ ਰਹੀ। ਹਾਂ ਬੇਟਾ, ਜਦੋਂ ਇਸ ਦਾ ਜਿਹੜਾ ਆਪਾਂ ਕਾਰਨ ਲੱਭਾਂਗੇ ਕਹਾਣੀ ਦੇ ਵਿੱਚ ਸਹਿਜੇ ਲੱਭ ਸਕਦੇ ਹਾਂ ਵੀ ਇਸ ਦਾ ਮੁੱਖ ਕਾਰਨ ਇਹ ਸੀ ਕਿ ਉਸ ਦੀ ਬੱਚੀ ਦੀ ਮੌਤ ਹੋ ਗਈ ਸੀ ਤੇ ਉਹ ਗਮ ਵਿੱਚ ਸੀ। ਦੂਸਰੇ, ਉਸ ਨੂੰ ਦੁੱਧ ਉਤਰਦਾ ਹੀ ਬੱਚੀ ਲਈ ਸੀ, ਪਰ ਜਦੋਂ ਉਹ ਨਹੀਂ ਸੀ ਰਹੀ ਤਾਂ ਉਸ ਨੇ ਦੁੱਧ ਨੂੰ ਕਰਨਾ ਵੀ ਕੀ ਹੈ। ਮਾਂ ਦਾ ਦੁੱਧ ਸਿਰਫ ਉਸ ਦੇ ਬੱਚੇ ਲਈ ਉਤਰਦਾ ਹੈ, ਲੇਕਿਨ ਇਹ ਵੱਖਰੀ ਗੱਲ ਹੈ ਕਿ ਇਸ ਦੁਨੀਆ ਦੇ ਵਿੱਚ ਰਹਿ ਕੇ ਮਨੁੱਖ ਭੌਤਿਕਵਾਦੀ ਹੋ ਗਿਆ ਹੈ ਤੇ ਉਸ ਦੇ ਜਿਹੜਾ ਹੈ ਗਾਂ ਮੱਝ ਦੇ ਦੁੱਧ ਨੂੰ ਜਿਹੜਾ ਹੈ ਉਸਨੇ ਇੱਕ ਵਪਾਰਕ ਧੰਦਾ ਬਣਾ ਰਿਹਾ ਹੈ ਤੇ ਇਸ ਵਪਾਰਕ ਧੰਦੇ ਦੇ ਕਰਕੇ ਜਿਹੜਾ ਹੈ ਉਹਨਾਂ ਦੇ ਜਿਹੜੇ ਆਪ ਦੇ ਛੋਟੇ ਛੋਟੇ ਬੱਚੇ ਨੇ ਜਿਹੜੇ ਪਸ਼ੂਆਂ ਦੇ, ਉਹ ਭੁੱਖਮਰੀ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਹਨ ਤੇ ਜਿਹੜਾ ਕਿ ਮਨੁੱਖ ਦੀ ਜਿਹੜੀ ਹੈ ਬੜੀ ਹੀ ਜ਼ਾਲਮਾਨਾ ਸੋਚ ਨੂੰ ਜਿਹੜਾ ਹੈ ਸਾਡੇ ਸਾਹਮਣੇ ਉਜਾਗਰ ਕਰਦਾ ਹੈ। ਹੁਣ ਬੇਟਾ ਆਪਾਂ ਜਿਹੜਾ ਅੱਗੇ ਕਰਾਂਗੇ ਵੀ ਇਸ ਕਹਾਣੀ ਦੇ ਵਿੱਚ ਇੱਕ ਨੀਲੀ ਗਾਂ ਨੂੰ ਕਿਹਾ ਗਿਆ, ਉਸ ਦਾ ਪਾਤਰ ਆਇਆ ਆਪਣੇ ਸਾਹਮਣੇ। ਇਸ ਦੇ ਪਾਤਰ ਦੇ ਕਿਹੜੇ ਕਿਹੜੇ ਗੁਣ ਜਿਹੜੇ ਨੇ ਇਸ ਕਹਾਣੀ ਦੇ ਆਧਾਰ ਤੇ ਸਾਡੇ ਸਾਹਮਣੇ ਉੱਗੜ ਕੇ ਆਏ ਹਨ। ਹਾਂ ਵੀ ਸਭ ਤੋਂ ਪਹਿਲਾਂ ਤਾਂ ਨੀਲੀ ਜਿਹੜੀ ਹੈ ਅਸੀਂ ਦੇਖਦੇ ਹਾਂ ਵੀ ਗੋਰੀ ਚਿੱਟੀ ਹੈ, ਦੈਨ ਉਹ ਮਤਲਬ ਜਿਹੜਾ ਹੈ ਮਸਾਲੇਦਾਰ ਦਾਲ ਖਾਣ ਦੀ ਚਾਹਵਾਨ ਹੈ ਤੇ ਅੱਗੇ ਜਿਹੜਾ ਹੈ ਉਸ ਦਾ ਇੱਕ ਗੁਣ ਹੋਰ ਉੱਭਰਦਾ ਹੈ ਸਾਡੇ ਸਾਹਮਣੇ, ਉਹ ਹੈ ਉਹ ਮਾਂ ਦੀ ਮਮਤਾ ਉਸ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਇਸੇ ਕਰਕੇ ਹੀ ਜਦੋਂ ਉਸ ਦੀ ਵੱਛੀ ਜਿਹੜੀ ਹੈ, ਬੱਚੀ ਜਿਹੜੀ ਹੈ ਉਹ ਮਰ ਜਾਂਦੀ ਹੈ ਤਾਂ ਉਹ ਉਸ ਦੇ ਗਮ ਦੇ ਵਿੱਚ ਜਿਹੜਾ ਹੈ ਉਹ ਇੰਨੀ ਨਾਰਾਜ਼ ਤੇ ਦੁਖੀ ਹੋ ਜਾਂਦੀ ਹੈ ਕਿ ਉਹ ਭੁੱਖੀ ਰਹਿੰਦੀ ਹੈ ਤੇ ਗਵਾਲੇ ਨੂੰ ਦੁੱਧ ਨਹੀਂ ਦਿੰਦੀ। ਅੱਗੇ ਬੇਟਾ ਕੀ ਹੈ ਇਹਦੇ ਵਿੱਚ ਕਹਾਣੀਕਾਰ ਹੈਗਾ, ਉਸ ਦਾ ਚਰਿੱਤਰ ਕਿਸ ਤਰ੍ਹਾਂ ਦਾ ਸਾਡੇ ਸਾਹਮਣੇ ਆਉਂਦਾ ਹੈ। ਉਸ ਦਾ ਚਰਿੱਤਰ ਬੇਟਾ ਇਹ ਹੈ ਵੀ ਕਹਾਣੀਕਾਰ ਜਿਹੜਾ ਹੈ ਨਾ ਚੰਗੇ ਦੁੱਧ ਦਾ ਚਾਹਵਾਨ ਹੈ, ਵੀ ਉਸ ਨੂੰ ਦੁੱਧ ਵਧੀਆ ਮਿਲੇ ਤੇ ਉਹ ਆਪਣੀ ਪਤਨੀ ਦੇ ਉੱਤੇ ਜਿਹੜਾ ਹੈ ਮਾਣ ਕਰਦਾ ਹੈ। ਇਸੇ ਲਈ ਜੋ ਉਸ ਦੀ ਪਤਨੀ ਜਿਹੜਾ ਹੈ ਉਹ ਕਹਿੰਦੀ ਹੈ ਉਹ ਉਸ ਨੂੰ ਜਿਹੜਾ ਹੈ ਮੰਨਦਾ ਹੈ ਤੇ ਇਸੇ ਉਸ ਦੀ ਮਾਣ ਤਾਣ ਵਾਲੀ ਪ੍ਰਕਿਰਤੀ ਹੋਣ ਕਰਕੇ ਹੀ ਉਹ ਆਪਣੀ ਪਤਨੀ ਦੀ ਹਰ ਗੱਲ ਜਿਹੜੀ ਉਹ ਉਸ ਦੇ ਉੱਤੇ ਫੁੱਲ ਚੜਾਉਂਦਾ ਹੈ, ਉਸ ਨੂੰ ਜਿਹੜਾ ਹੈ ਉਹ ਮੰਨਦਾ ਹੈ। ਅੱਗੇ ਬੇਟਾ ਕੀ ਹੈ ਇਸ ਦੇ ਵਿੱਚ ਕਹਾਣੀਕਾਰ ਦੀ ਜਿਹੜੀ ਪਤਨੀ ਹੈ ਇਸ ਦਾ ਚਰਿੱਤਰ ਕਿਸ ਤਰ੍ਹਾਂ ਦਾ ਸਾਡੇ ਸਾਹਮਣੇ ਆਉਂਦਾ ਹੈ ਵੀ ਉਹ ਜਿਹੜੀ ਹੈ ਕਹਾਣੀਕਾਰ ਦੀ ਪਤਨੀ ਜਿਹੜੀ ਹੈ ਉਸ ਦੀ ਤਰੀਮਤ ਹੈ, ਉਹ ਚੰਗਾ ਦੁੱਧ ਪ੍ਰਾਪਤ ਕਰਨ ਦੀ ਚਾਹਵਾਨ ਹੈ ਤੇ ਆਪਣੀ ਤਸੱਲੀ ਲਈ ਜਿਹੜਾ ਹੈ ਉਹ ਆਪਣੇ ਨਿੱਜੀ ਪੜਤਾਲ ਵੀ ਕਰਦੀ ਹੈ, ਆਪਣੇ ਨਿੱਜੀ ਤੌਰ ਤੇ ਹਰ ਚੀਜ਼ ਦੀ ਪੜਤਾਲ ਕਰਦੀ ਹੈ। ਉਹ ਦਇਆਵਾਨ ਸੁਭਾਅ ਦੀ ਹੈ ਤੇ ਜਦੋਂ ਵੱਛੀ ਦੀ ਜਿਹੜੀ ਬੱਚੀ ਮਰ ਜਾਂਦੀ ਹੈ ਭੁੱਖਮਰੀ ਦਾ ਸ਼ਿਕਾਰ ਹੋ ਕੇ ਤਾਂ ਉਸ ਦੇ ਵੀ ਜਿਹੜੇ ਬੜੇ ਮਮਤਾਮਈ ਮਾਂ ਦਾ ਹਿਰਦਾ ਹੋਣ ਕਰਕੇ ਉਸ ਦੇ ਵਿੱਚ ਬੜੇ ਦਇਆ ਦੇ ਭਾਵ ਜਿਹੜੇ ਸਾਡੇ ਸਾਹਮਣੇ ਆਉਂਦੇ ਹਨ ਤੇ ਉਹ ਜਿਹੜਾ ਹੈ ਜਾਨਵਰਾਂ ਦੇ ਉੱਤੇ ਵੀ ਜਿਹੜਾ ਹੈ ਕਿਸੇ ਤਰ੍ਹਾਂ ਦਾ ਜ਼ੁਲਮ ਨਹੀਂ ਸਹਿ ਸਕਦੀ। ਇਸੇ ਕਰਕੇ ਉਹ ਗਵਾਲੇ ਨੂੰ ਫਟਕਾਰਦੀ ਹੈ ਵੀ ਭੈੜਿਆ ਤੂੰ ਜਿਹੜਾ ਹੈਗਾ ਵੀ ਉਹ ਵੱਛੀ ਨੂੰ ਦੁੱਧ ਨਾ ਛੱਡ ਕੇ ਤੇ ਵੱਛੀ ਤੋਂ ਹੱਥ ਧੋ ਬੈਠਾ ਹੈ, ਇਸ ਨੇ ਅੱਗੇ ਜਿਹੜੀ ਬੜੀ ਵਧੀਆ ਗਾਂ ਬਣਨਾ ਸੀ। ਅੱਗੇ ਬੇਟਾ ਅੱਗੇ ਹੈ ਇਹ ਤੁਹਾਡਾ ਮਤਲਬ ਜਿਹੜਾ ਚਰਿੱਤਰ ਹੈ ਜਿਹੜਾ
ਪਾਤਰ ਉਸਾਰੀ ਜਿਹੜੀ ਹੈ ਉਹ ਅੱਗੇ ਆਪਾਂ ਕਰਾਂਗੇ ਅਗਲੇ ਪਾਤਰ ਦੀ। ਵੀ ਇਸ ਦੇ ਵਿੱਚ ਨੀਲੀ ਕਹਾਣੀ ਜਿਹੜੀ ਹੈ, ਨੀਲੀ ਗਾਂ ਦਾ ਨਾਂ ਹੈ, ਉਸ ਦਾ ਚਰਿੱਤਰ ਜਿਹੜਾ ਹੈ, ਉਸ ਦਾ ਸੁਭਾਅ ਜਿਹੜਾ ਕਹਾਣੀ ਦੇ ਆਧਾਰ ਤੇ ਕਿਸ ਤਰ੍ਹਾਂ ਜਿਹੜਾ ਹੈ ਸਾਡੇ ਸਾਹਮਣੇ ਉੱਗੜ ਕੇ ਆਉਂਦਾ ਹੈ। ਨੀਲੀ ਜਿਹੜੀ ਭਾਵੇਂ ਪਸ਼ੂ ਹੈ, ਗਾਂ ਹੈ, ਪਰੰਤੂ ਉਸ ਦੇ ਵਿੱਚ ਮਾਂ ਦੀ ਮਮਤਾ ਬਹੁਤ ਜ਼ਿਆਦਾ ਹੈ। ਬੜੀ ਮਤਲਬ ਜਿਹੜੀ ਉਹ ਮਾਂ ਦਾ ਮਤਲਬ ਜਿਹੜਾ ਹੈ, ਮਾਂ ਵਾਲੇ ਜਿਹੜੇ ਨੇ ਉਹ ਫਰਜ਼ ਅੱਛੀ ਤਰ੍ਹਾਂ ਨਿਭਾਉਣਾ ਜਾਣਦੀ ਹੈ। ਉਹ ਜਿਹੜੀ ਹੈ ਆਪਣੀ ਨੀਲੀ ਜਿਹੜੀ ਹੈ ਉਹ ਮਤਲਬ ਕਿ ਆਪਣੇ ਗਮ ਦੇ ਵਿੱਚ ਜਿਹੜਾ ਹੈ, ਵੱਛੀ ਦੇ ਗਮ ਦੇ ਵਿੱਚ ਜਿਹੜਾ ਹੈ ਰਹਿਣ ਵਾਲੀ ਹੈ, ਤੇ ਗਮ ਦੇ ਵਿੱਚ ਰਹਿਣ ਕਰਕੇ ਤੇ ਉਸ ਨੂੰ ਜਿਹੜਾ ਹੈ ਉਹ ਬੜੀ ਮਤਲਬ ਜਿਹੜੀ ਹੈ ਇਸ ਤਰ੍ਹਾਂ ਉਸ ਦੇ ਵੱਛੀ ਦੇ ਮਰ ਜਾਣ ਬਹੁਤ ਜ਼ਿਆਦਾ ਜਿਹੜਾ ਉਸ ਨੂੰ ਦੁੱਖ ਹੁੰਦਾ ਹੈ। ਅੱਗੇ ਬੇਟਾ ਆਪਾਂ ਜਿਹੜਾ ਕਰਾਂਗੇ ਵੀ ਨੀਲੀ ਜਿਹੜੀ ਹੈ, ਨੀਲੀ ਦੀ ਵੱਛੀ, ਉਸ ਦਾ ਚਰਿੱਤਰ ਜਿਹੜਾ ਸਾਡੇ ਸਾਹਮਣੇ ਕਿਸ ਤਰ੍ਹਾਂ ਦਾ ਉੱਗੜ ਕੇ ਸਾਹਮਣੇ ਆਉਂਦਾ ਹੈ। ਵੀ ਉਹ ਨੀਲੀ ਦੀ ਵੱਛੀ ਹੈ, ਬਿਲਕੁਲ ਆਪਣੀ ਮਾਂ ਵਰਗੀ ਹੈ। ਜੇਸੀ ਕੋਕੋ ਤੇਸੇ ਬੱਚੇ ਵਾਲੀ ਗੱਲ ਹੈ। ਤੇ ਗੋਰੀ ਚਿੱਟੀ ਤੇ ਬਹੁਤ ਜ਼ਿਆਦਾ ਸੋਹਣੀ ਹੈ, ਬੜੀ ਮਲੂਕੜੀ ਜੀ ਹੈ, ਬੜੀ ਪਿਆਰੀ ਜੀ ਹੈ। ਤੇ ਲੰਬੀ ਤੇ ਉਸਦੀ ਜਿਹੜੀ ਪੂਛ ਜਿਹੜੀ ਲੰਬੀ ਤੇ ਫੁੰਮਣਦਾਰ ਹੈ, ਤੇ ਉਹ ਬੜੀ ਮਤਲਬ ਜਿਹੜੀ ਹੈ ਵੱਛੀ ਜਿਹੜੀ ਬੜੀ ਸ਼ਰਮਾਕਲ ਹੈ। ਇਸ ਕਰਕੇ ਮਤਲਬ ਜਿਹੜਾ ਹੈ ਇਹ ਨੀਲੀ ਦੇ ਜਿਹੜਾ ਹੈ ਉਹ ਗੁਣ ਜਿਹੜੇ ਸਾਡੇ ਸਾਹਮਣੇ, ਨੀਲੀ ਦੀ ਵੱਛੀ ਦੇ ਗੁਣ ਸਾਡੇ ਸਾਹਮਣੇ ਉੱਗੜ ਕੇ ਆਉਂਦੇ ਹਨ। ਹੁਣ ਬੇਟਾ ਇਸ ਕਹਾਣੀ ਦਾ ਇੱਕ ਇੰਪੋਰਟੈਂਟ ਪਾਤਰ ਇੱਕ ਹੋਰ ਹੈ, ਉਹ ਹੈ ਗਵਾਲਾ ਜਿਹੜਾ ਹੈ ਉਹ ਇੱਕ ਵਪਾਰਿਕ ਰੁਚੀਆਂ ਵਾਲਾ ਹੈ। ਸਿਰਫ ਵੱਛੀ ਨੂੰ ਗਾਂ ਦੇ ਧਾਰਾਂ ਲਾਉਣ ਤੱਕ ਹੀ ਜਿਹੜਾ ਉਸ ਨੂੰ ਦੁੱਧ ਜਿਹੜਾ ਚੁੰਘਣ ਦਿੰਦਾ ਹੈ, ਤੇ ਜਿਸ ਦੇ ਨਾਲ ਜਿਹੜਾ ਹੈ ਉਹ ਵੱਛੀ ਦੀ ਜਿਹੜੀ ਉਹ ਭੁੱਖ ਜਿਹੜੀ ਪੂਰੀ ਤਰ੍ਹਾਂ ਨਹੀਂ ਮਿਟਦੀ। ਉਹ ਇਸ ਤੋਂ ਜਾਪਦਾ ਉਹ ਮਤਲਬ ਵੱਧ ਤੋਂ ਵੱਧ ਦੁੱਧ ਚੋ ਕੇ ਤੇ ਉਸ ਨੂੰ ਵੱਧ ਤੋਂ ਵੱਧ ਦੁੱਧ ਜਿਹੜਾ ਵੇਚਣਾ ਚਾਹੁੰਦਾ ਹੈ। ਇਸ ਕਰਕੇ ਉਹ ਲਾਲਚੀ ਸੁਭਾਅ ਦਾ ਹੈ, ਝੂਠਾ ਹੈ, ਝੂਠ ਵੀ ਬੋਲਦਾ ਹੈ, ਤੇ ਉਹ ਮਤਲਬ ਜਿਹੜਾ ਨੁਕਸਾਨ ਆਪਣਾ ਨਹੀਂ ਸਹਿ ਸਕਦਾ। ਭਾਵ ਕਿ ਜਿੰਨਾ ਦੁੱਧ ਵੱਛੀ ਚੁੰਘ ਜੇਗੀ ਉਹ ਉਸ ਨੂੰ ਆਪਣਾ ਨਿੱਜੀ ਨੁਕਸਾਨ ਸਮਝਦਾ ਹੈ, ਤੇ ਇਸੇ ਕਰਕੇ ਉਹ ਜਿਹੜਾ ਪੂਰਾ ਦੁੱਧ ਉਸ ਨੂੰ ਨਹੀਂ ਛੱਡਦਾ। ਪਰੰਤੂ ਜਦੋਂ ਇਸ ਦੀ ਵੱਛੀ ਜਿਹੜੀ ਆ ਮਰ ਜਾਂਦੀ ਹੈ ਤਾਂ ਬਾਅਦ ਦੇ ਵਿੱਚ ਉਹ ਖੁਦ ਵੀ ਜਿਹੜਾ ਪਰੇਸ਼ਾਨੀਆਂ ਦੇ ਵਿੱਚ ਉਦੋਂ ਬਹੁਤ ਜ਼ਿਆਦਾ ਘਿਰ ਜਾਂਦਾ ਹੈ। ਜਦੋਂ ਜਿਹੜੀ ਨੀਲੀ ਜਿਹੜੀ ਹੈ ਉਹਨਾਂ ਨੂੰ ਮਤਲਬ ਦੁੱਧ ਜਿਹੜਾ ਉਸ ਨੂੰ ਨਹੀਂ ਦਿੰਦੀ। ਉਹ ਬੜਾ ਗੁਸ਼ੈਲ ਸੁਭਾਅ ਦਾ ਹੈ। ਜਦੋਂ ਉਸ ਦੇ ਹੱਥ ਫੇਰਨ ਪੂਰਾ ਤਰ੍ਹਾਂ ਪਿਆਰ ਦੇਣ ਦੇ ਬਾਵਜੂਦ ਵੀ ਨੀਲੀ ਜਿਹੜਾ ਦੁੱਧ ਨਹੀਂ ਦਿੰਦੀ, ਤਾਂ ਉਹ ਮਤਲਬ ਜਿਹੜਾ ਹੈ ਸਾਰਾ ਚਾਰਾ ਦਾਣਾ ਵਗੈਰਾ ਜਿਹੜਾ ਹੈ ਉਹ ਚਾਰੇ ਦੀ ਟੋਕਰੀ, ਦਾਣੇ ਦੀ ਟੋਕਰੀ, ਵੜੇਵਿਆਂ ਦੀ ਖਲ ਦੀ ਟੋਕਰੀ ਉਸ ਤੋਂ ਅੱਗੇ ਚੱਕ ਕੇ ਲੈ ਜਾਂਦਾ ਹੈ। ਜਿਹੜਾ ਵੀ ਉਹ ਉਸ ਨੂੰ ਨਹੀਂ ਖਾਣ ਦਿੰਦਾ। ਇਸ ਕਰਕੇ ਜਿਹੜਾ ਉਸਦਾ ਇਹ ਜਿਹੜਾ ਬੜਾ ਬੇਦਰਦੀ ਵਾਲਾ ਸੁਭਾਅ ਵੀ ਜਿਹੜਾ ਉੱਗੜ ਕੇ ਸਾਡੇ ਸਾਹਮਣੇ ਆਉਂਦਾ ਹੈ। ਆ ਬੇਟਾ ਜਿਹੜਾ ਸੀ ਵੀ ਆਪਣੇ ਤੁਹਾਡੇ ਜਿਹੜੀ ਕਹਾਣੀ ਦੇ ਆਧਾਰ ਤੇ ਜਿਹੜੇ ਪ੍ਰਸ਼ਨ ਬਣਦੇ ਸੀ ਇਹ ਆਪਾਂ ਡਿਸਕਸ ਕੀਤੇ ਨੇ, ਤੇ ਇਹ ਤੁਸੀਂ ਬੇਟਾ ਆਪਣੀਆਂ ਕਾਪੀਆਂ ਦੇ ਉੱਤੇ ਵੀ ਨੋਟ ਕਰਨੇ ਨੇ। ਤੇ ਕੋਵਿਡ ਵਰਗੀ ਮਹਾਮਾਰੀ ਦੇ ਵਿੱਚ ਜਿਹੜਾ ਹੈ ਤੁਸੀਂ ਜਿਹੜਾ ਹੈ ਸਟੇ ਹੋਮ, ਸਟੇ ਸੇਫ। ਥੈਂਕ ਯੂ ਵੈਰੀ ਮੱਚ।